ਨੀਦਰਲੈਂਡ ਦੇ ਵਿੱਚ ਰਹਿਣ ਵਾਲੇ ਗੁਰਸਿੱਖ ਪਰਮਜੀਤ ਸਿੰਘ ਨੇ ਇੱਕ ਗੋਰੇ ਸਿੱਖ ਦੀ ਅਜਿਹੀ ਘਟਨਾ ਸਾਂਝੀ ਕੀਤੀ ਜਿਸ ਦੇ ਨਾਲ ਪਰਮਾਤਮਾ ਦੀਆਂ ਖੇਡਾਂ ਨੂੰ ਸਮਝਣਾ ਔਖਾ ਹੋ ਜਾਂਦਾ ਹੈ। ਗੋਰੇ ਸਿੱਖ ਦੀ ਇੱਕ ਅਜਿਹੀ ਘਟਨਾ ਜਿਸ ਦੇ ਵਿੱਚ ਉਹ ਸਿੱਖ ਆਪਣੀ ਸਿੱਖੀ ਛੱਡਣ ਹੀ ਲੱਗਿਆ ਸੀ ਕਿ ਕਿਵੇਂ ਕਿਸ ਰੂਪ ਦੇ ਵਿੱਚ ਪਰਮਾਤਮਾ ਨੇ ਉਸ ਨੂੰ ਸਮੱਤਿਆ ਦਿੱਤੀ, ਇਹ ਸੁਣ ਕੇ ਤੁਸੀਂ ਦੰਗ ਰਹਿ ਜਾਓਗੇ। ਪਰਮਜੀਤ ਸਿੰਘ ਦੱਸਦੇ ਨੇ ਕਿ ਉਹਨਾਂ ਦਾ ਇੱਕ ਫਾਰਮ ਹਾਊਸ ਹੈ ਜਿੱਥੇ ਉਹ ਖੇਤੀ ਕਰਕੇ ਫਲ ਉਗਾਉਂਦੇ ਨੇ ਤੇ ਉਹਨਾਂ ਦਾ ਕਾਰੋਬਾਰ ਵਧੀਆ ਹੈ। ਪਿਛਲੇ 15 ਸਾਲਾਂ ਤੋਂ ਉਹ ਨੀਦਰਲੈਂਡ ਦੇ ਬਾਹਰ ਦੇ ਇਲਾਕੇ ਦੇ ਵਿੱਚ ਰਹਿੰਦੇ ਨੇ। ਫਾਰਮ ਦੇ ਕੁਝ ਦੂਰੀ ਤੇ ਇੱਕ ਜੰਗਲ ਵੀ ਹੈ ਪਰ ਉੱਥੇ ਆਸ-ਪਾਸ ਕਾਫੀ ਆਬਾਦੀ ਵੀ ਹੈ। ਸਾਡੇ ਇਲਾਕੇ ਦੇ ਵਿੱਚ ਮੇਰੇ ਦੇਖਦਿਆਂ ਹੀ ਦੇਖਦਿਆਂ ਇੱਕ ਗੋਰਾ ਜੋ ਕਿ ਆਇਰਲੈਂਡ ਦਾ ਨਿਵਾਸੀ ਸੀ ਉਹ ਅੰਮ੍ਰਿਤਧਾਰੀ ਸਿੰਘ ਸੱਜ ਗਿਆ। ਅਸਲ ਦੇ ਵਿੱਚ ਉਹ ਇੱਕ ਫੋਟੋਗ੍ਰਾਫਰ ਸੀ ਤੇ ਜੰਗਲ ਦੇ ਵਿੱਚ ਕਾਫੀ ਵਾਰ ਫੋਟੋ ਲੈਣ ਵਾਸਤੇ ਆਇਆ ਕਰਦਾ ਸੀ ਅਤੇ ਇੱਕ ਵੱਡੇ ਫੋਟੋਗ੍ਰਾਫਰ ਦਾ ਅਸਿਸਟੈਂਟ ਵੀ ਸੀ। ਮੇਰੀ ਉਸ ਦੇ ਨਾਲ ਜਾਣ ਪਛਾਣ ਹੋ ਗਈ ਅਤੇ ਉਸ ਨੂੰ ਮੈਂ ਉਸ ਦੇ ਅੰਮ੍ਰਿਤਧਾਰੀ ਹੋਣ ਦਾ ਕਾਰਨ ਪੁੱਛਿਆ, ਜਿਸ ਤੋਂ ਬਾਅਦ ਉਸ ਗੋਰੇ ਨੇ ਦੱਸਿਆ ਕਿ ਮੈਂ ਇੱਕ ਵਾਰ ਦਰਬਾਰ ਸਾਹਿਬ ਗਿਆ ਸੀ ਫੋਟੋ ਸ਼ੂਟ ਕਰਨ ਵਾਸਤੇ। ਉੱਥੇ ਹੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਹੋਈ ਤੇ ਮੈਂ ਸਿੰਘ ਸੱਜ ਗਿਆ, ਕਿਉਂਕਿ ਮੇਰੇ ਦਿਲ ਦੇ ਵਿੱਚ ਪਹਿਲੀ ਝਲਕ ਦੇ ਵਿੱਚ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਤੀ ਸਤਿਕਾਰ ਆ ਗਿਆ ਸੀ ਅਤੇ ਫਿਰ ਹੌਲੀ-ਹੌਲੀ ਕਰਕੇ ਮੈਂ ਸਿੱਖ ਸੱਜ ਕੇ ਅੰਮ੍ਰਿਤ ਛਕ ਲਿਆ ਤੇ ਸਿੰਘ ਬਣ ਗਿਆ, ਜਿਸ ਤੋਂ ਬਾਅਦ ਮੈਂ ਕਾਫੀ ਖੁਸ਼ ਹਾਂ। ਸੋ ਸਮਾਂ ਲੰਘਿਆ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਮੇਰੇ ਪਰਿਵਾਰ ਨੂੰ ਮੇਰੇ ਅੰਮ੍ਰਿਤ ਛਕਣ ਦੇ ਵਿੱਚ ਪ੍ਰੋਬਲਮ ਸੀ। ਪਤਾ ਨਹੀਂ ਕਿਉਂ ਉਹਨਾਂ ਨੂੰ ਇੰਜ ਲੱਗਦਾ ਸੀ ਕਿ ਅੰਮ੍ਰਿਤ ਛਕਣ ਤੋਂ ਬਾਅਦ ਮੈਂ ਆਪਣੇ ਕੰਮ ਦੇ ਉੱਤੇ ਧਿਆਨ ਨਹੀਂ ਦਿੰਦਾ, ਸਿਰਫ ਪਾਠ ਹੀ ਕਰਦਾ ਰਹਿੰਦਾ ਹਾਂ, ਜਿਸ ਕਾਰਨ ਪੈਸੇ ਵੀ ਘੱਟ ਕਮਾਉਂਦਾ ਹਾਂ। ਵੈਸੇ ਇਸ ਤਰ੍ਹਾਂ ਕੁਝ ਵੀ ਨਹੀਂ ਸੀ ਪਰ ਮੇਰੇ ਪਰਿਵਾਰ ਨੂੰ ਇੰਜ ਹੀ ਲੱਗਦਾ ਸੀ। ਕੁਝ ਸਮੇਂ ਬਾਅਦ ਮੇਰੇ ਪਿਤਾ ਬਿਮਾਰ ਹੋ ਗਏ ਤੇ ਆਖਰੀ ਤੱਕ ਮੈਨੂੰ ਇਹੀ ਕਹਿੰਦੇ ਰਹੇ, ਤੂੰ ਸਿੱਖ ਬਣ ਕੇ ਚੰਗਾ ਨਹੀਂ ਕੀਤਾ, ਜ਼ਿੰਦਗੀ ਦੇ ਵਿੱਚ ਪੈਸਾ ਜ਼ਰੂਰੀ ਹੈ, ਪਾਠ ਨੇ ਤੈਨੂੰ ਕੁਝ ਨਹੀਂ ਦੇਣਾ, ਤੈਨੂੰ ਉਹਨਾਂ ਨੇ ਭਰਮਾ ਲਿਆ, ਇਸ ਕਰਕੇ ਤੂੰ ਸਿੱਖ ਬਣ ਗਿਆ, ਤੈਨੂੰ ਉਹਨਾਂ ਸਿੱਖਾਂ ਨੇ ਕੁਝ ਕਰ ਦਿੱਤਾ, ਤੂੰ ਕਿਸੇ ਕੰਮ ਜੋਗਾ ਨਹੀਂ ਰਿਹਾ। ਮੇਰੇ ਪਿਤਾ ਬਿਮਾਰ ਸੀ ਪਰ ਅਜਿਹੀਆਂ ਗੱਲਾਂ ਕਰਦੇ ਰਹੇ। ਸ਼ਾਇਦ ਉਸ ਦਿਨ ਉਹ ਗੱਲਾਂ ਦਾ ਮੇਰੇ ਉੱਪਰ ਅਸਰ ਹੋਇਆ ਤੇ ਮੈਨੂੰ ਇੰਜ ਲੱਗਿਆ ਕਿ ਸ਼ਾਇਦ ਮੈਂ ਸੱਚਮੁੱਚ ਹੀ ਕੋਈ ਗਲਤੀ ਕਰ ਬੈਠਾ ਹਾਂ, ਕਿਉਂਕਿ ਪਰਿਵਾਰ ਮੇਰੇ ਕਰਕੇ ਬਹੁਤ ਪਰੇਸ਼ਾਨ ਹੋ ਗਿਆ ਸੀ ਅਤੇ ਮੈਨੂੰ ਕੁਝ ਵੀ ਸਮਝ ਨਹੀਂ ਲੱਗਿਆ। ਫਿਰ ਮੈਂ ਇੱਕ ਦਿਨ ਜਦੋਂ ਸਿੱਖੀ ਛੱਡਣ ਦਾ ਫੈਸਲਾ ਕੀਤਾ ਤਾਂ ਮੇਰੇ ਇੱਕ ਗੋਰੇ ਦੋਸਤ ਨੇ ਮੈਨੂੰ ਕਿਹਾ ਕਿ ਤੈਨੂੰ ਸਿੱਖ ਧਰਮ ਛੱਡਣ ਤੋਂ ਪਹਿਲਾਂ ਇੱਕ ਵਾਰ ਦਰਬਾਰ ਸਾਹਿਬ ਜ਼ਰੂਰ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸਭ ਕੁਝ ਉੱਥੋਂ ਹੀ ਚੱਲਿਆ ਸੀ। ਸੋ ਮੈਂ ਦਰਬਾਰ ਸਾਹਿਬ ਆਇਆ, ਬਹੁਤ ਦੁਖੀ ਤੇ ਪਰੇਸ਼ਾਨ ਸੀ ਕਿਉਂਕਿ ਮਨ ਸਿੱਖੀ ਛੱਡਣ ਨੂੰ ਮੰਨਦਾ ਨਹੀਂ ਸੀ। ਮਨ ਦੇ ਵਿੱਚ ਸੀ ਕਿ ਸ਼ਾਇਦ ਕੋਈ ਦਰਬਾਰ ਸਾਹਿਬ ਆ ਕੇ ਜਵਾਬ ਹੀ ਮਿਲ ਜਾਵੇ। ਸੋ ਮੈਂ ਦਰਬਾਰ ਸਾਹਿਬ ਆਇਆ, ਮੱਥਾ ਟੇਕ ਕੇ ਉੱਥੇ ਬਾਹਰ ਹੀ ਬੈਠ ਗਿਆ। ਰਾਤ ਦਾ ਸਮਾਂ ਸੀ ਪਰ ਕਰਮਾਂ ਦੇ ਵਿੱਚ ਪੈ ਗਿਆ ਕਿ ਅੰਮ੍ਰਿਤ ਵੇਲੇ ਆ ਕੇ ਸੇਵਾਦਾਰ ਉਠਾ ਦੇਣਗੇ। ਹਾਲੇ ਅੱਖ ਹੀ ਲੱਗੀ ਸੀ ਕਿ ਇੱਕ ਸਿੰਘ ਨੇ ਮੈਨੂੰ ਉਠਾ ਦਿੱਤਾ ਤੇ ਮੈਂ ਉੱਠ ਕੇ ਕਿਹਾ ਕਿ ਚਲੋ ਸਫਾਈ ਕਰਦੇ ਹਾਂ। ਤਾਂ ਮੈਂ ਦੇਖਿਆ ਕਿ ਉਹ ਸਿੱਖ ਕਾਫੀ ਉੱਚਾ ਲੰਮਾ ਸੀ। ਉਸਨੇ ਮੈਨੂੰ ਕਿਹਾ ਕਿ ਸੇਵਾ ਨਹੀਂ ਚੱਲ ਰਹੀ ਅਤੇ ਕਹਿਣ ਲੱਗਿਆ ਕਿ ਤੈਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ। ਮੈਂ ਕਿਹਾ ਕਿ ਗੁਰੂ ਸਾਹਿਬ ਕੌਣ? ਤਾਂ ਜਵਾਬ ਮਿਲਿਆ ਕਿ ਗੁਰੂ ਰਾਮਦਾਸ ਸਾਹਿਬ ਜੀ ਨੇ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਉਹ ਸਿੰਘ ਇੰਗਲਿਸ਼ ਬੋਲ ਰਿਹਾ ਸੀ। ਮੈਂ ਉਸ ਦੇ ਨਾਲ ਹੀ ਚਲਿਆ ਗਿਆ। ਦੇਖਦਿਆਂ ਹੀ ਦੇਖਦਿਆਂ ਕੁਝ ਸਿੰਘ ਹੋਰ ਵੀ ਮੇਰੇ ਪਿੱਛੇ ਆ ਗਏ। ਆਪਾਂ ਚੱਲਦੇ ਜਾ ਰਹੇ ਸੀ ਪਰ ਮੈਂ ਉਸ ਵੇਲੇ ਘਬਰਾ ਗਿਆ ਜਦੋਂ ਇੱਕ ਸ਼ੇਰ ਵੀ ਸਾਡੇ ਨਾਲ ਚੱਲਣ ਲੱਗਿਆ ਅਤੇ ਜੋ ਵੀ ਕੁਝ ਹੋ ਰਿਹਾ ਸੀ ਉਹ ਮੇਰੀ ਸਮਝ ਤੋਂ ਬਾਹਰ ਸੀ। ਸੋ ਅੱਗੇ ਜਾ ਕੇ ਮੈਨੂੰ ਇੱਕ ਇਲਾਹੀ ਪ੍ਰਕਾਸ਼ ਦੇ ਦਰਸ਼ਨ ਹੋਏ। ਆਵਾਜ਼ ਆਈ ਕਿ ਤੂੰ ਅੰਦਰ ਕਿਉਂ ਨਹੀਂ ਆਇਆ? ਮੈਂ ਜਵਾਬ ਦਿੱਤਾ ਕਿ ਗੁਰੂ ਸਾਹਿਬ ਕਿਸ ਮੂੰਹ ਦੇ ਨਾਲ ਅੰਦਰ ਆਉਂਦਾ, ਮੈਂ ਤਾਂ ਇੱਥੇ ਸਿੱਖੀ ਛੱਡਣ ਆਇਆ ਹਾਂ। ਅੱਗਿਓਂ ਆਵਾਜ਼ ਆਈ ਕਿ ਵਾਹਿਗੁਰੂ ਦਾ ਜਾਪ ਕਰੋ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਪਰਮਾਤਮਾ ਕਿਰਪਾ ਕਰਨਗੇ। ਇੰਨੀ ਗੱਲ ਹੋਈ ਤੇ ਆਪਾਂ ਵਾਪਿਸ ਆ ਗਏ। ਮੈਂ ਉਸ ਸਿੰਘ ਨੂੰ ਪੁੱਛਿਆ ਕਿ ਇਹ ਸ਼ੇਰ ਦਾ ਕੀ ਮਤਲਬ, ਇਹ ਸਾਡੇ ਨਾਲ ਕਿਉਂ ਹੈ? ਤਾਂ ਸਿੰਘਾਂ ਨੇ ਦੱਸਿਆ ਕਿ ਇਸ ਦਾ ਵੀ ਤੁਹਾਡੇ ਪੁਰਾਣੇ ਜਨਮ ਦੇ ਨਾਲ ਕੋਈ ਸੰਬੰਧ ਹੈ। ਪਿਛਲੇ ਜਨਮ ਦੇ ਵਿੱਚ ਤੂੰ ਵੀ ਇੱਕ ਸਿੰਘ ਸੀ ਅਤੇ ਇਸ ਸ਼ੇਰ ਨੂੰ ਜੰਗਲ ਦੇ ਵਿੱਚ ਮਾਰਿਆ ਸੀ, ਜਿਸ ਕਾਰਨ ਇਹ ਜੂਨਾਂ ਤੋਂ ਬਾਹਰ ਆ ਗਿਆ ਤੇ ਇਹੀ ਸ਼ੇਰ ਤੇਰੀ ਸਮੱਸਿਆ ਦਾ ਹੱਲ ਕਰੇਗਾ। ਸਾਨੂੰ ਉਹ ਸਿੰਘਾਂ ਨੇ ਦੇਖ ਦਿੱਤੀ ਤੇ ਉਹ ਸਿੰਘ ਚਲੇ ਗਏ। ਬਸ ਇੰਨੀ ਕੀ ਗੱਲ ਸੀ ਕਿ ਮੈਨੂੰ ਕਿਸੇ ਨੇ ਜਗਾ ਦਿੱਤਾ ਕਿ ਉੱਠੋ, ਸੇਵਾ ਚੱਲ ਰਹੀ ਹੈ। ਹੈਰਾਨੀ ਤਾਂ ਉਸ ਵੇਲੇ ਹੋਈ ਕਿ ਇੱਕ ਸੁਪਨਾ ਸੀ। ਯਕੀਨ ਨਹੀਂ ਹੋ ਰਿਹਾ ਸੀ। ਜਦੋਂ ਮੈਂ ਉੱਠਣ ਲੱਗਿਆ ਤਾਂ ਮੈਂ ਦੇਖਿਆ ਕਿ ਮੇਰੇ ਹੱਥਾਂ ਨੂੰ ਦੇਖਦਾ ਕਿਉਂ ਲੱਗਿਆ ਹੋਇਆ ਹੈ। ਇਸ ਗੱਲ ਤੇ ਅੱਜ ਤੱਕ ਮੈਨੂੰ ਯਕੀਨ ਨਹੀਂ ਹੈ ਕਿ ਉਹ ਸੱਚ ਸੀ ਜਾਂ ਫਿਰ ਝੂਠ। ਜਿਸ ਤੋਂ ਬਾਅਦ ਮੈਂ ਵਾਪਿਸ ਨੀਦਰਲੈਂਡ ਆ ਗਿਆ। ਮੈਂ ਸਿੱਖੀ ਨਹੀਂ ਛੱਡੀ ਅਤੇ ਆਪਣੇ ਕੰਮ ਤੇ ਜ਼ੋਰ ਦਿੱਤਾ। ਮੂੰਹ ਦੇ ਵਿੱਚ ਵਾਹਿਗੁਰੂ ਦਾ ਜਾਪ ਜਾਰੀ ਰੱਖਿਆ। ਕਿਰਪਾ ਹੋਈ ਤਾਂ ਕੰਮ ਵਧੀਆ ਹੋ ਗਿਆ। ਪਰਿਵਾਰ ਨੂੰ ਵੀ ਤਸੱਲੀ ਹੋ ਗਈ। ਇੱਕ ਦਿਨ ਮੇਰੀ ਕੰਪਨੀ ਦਾ ਬੌਸ ਤੇ ਕੁਝ ਹੋਰ ਆਫੀਸਰ ਮੇਰੇ ਨਾਲ ਜੰਗਲ ਦੇ ਵਿੱਚ ਫੋਟੋਗ੍ਰਾਫੀ ਕਰਨ ਗਏ। ਉਹ ਮੇਰੇ ਲਈ ਇੱਕ ਵੱਡਾ ਪ੍ਰੋਜੈਕਟ ਸੀ। ਕਾਫੀ ਅੱਗੇ ਜੰਗਲ ਦੇ ਵਿੱਚ ਨਿਕਲ ਗਏ। ਅੱਗੇ ਇੱਕ ਖਤਰਨਾਕ ਭਾਲੂ ਨੇ ਸਾਡੇ ਕਾਫਲੇ ਉੱਤੇ ਹਮਲਾ ਕਰ ਦਿੱਤਾ ਅਤੇ ਉਹ ਭਾਲੂ ਮੇਰੇ ਅਫਸਰਾਂ ਵੱਲ ਤੇ ਮੇਰੇ ਵੱਲ ਵਧਣ ਲੱਗਿਆ। ਮੇਰੀ ਮੌਤ ਮੈਨੂੰ ਆਪਣੇ ਸਾਹਮਣੇ ਦਿਖਾਈ ਦੇ ਰਹੀ ਸੀ ਪਰ ਅਚਾਨਕ ਹੀ ਇੱਕ ਸ਼ੇਰ ਆਇਆ ਤੇ ਦੇਖਦਿਆਂ ਹੀ ਦੇਖਦਿਆਂ ਉਸਨੇ ਉਸ ਭਾਲੂ ਨੂੰ ਉੱਥੋਂ ਭਜਾ ਦਿੱਤਾ ਤੇ ਜੰਗਲ ਦੇ ਵੱਲ ਲੈ ਗਿਆ। ਸਾਰੇ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ, ਉਹ ਸ਼ੇਰ ਕਿੱਥੋਂ ਆਇਆ ਤੇ ਕਿਉਂ ਆਇਆ।
ਪਰ ਸ਼ਾਇਦ ਸਾਰੀ ਘਟਨਾ ਤੋਂ ਮੈਨੂੰ ਸਮਝ ਲੱਗ ਚੁੱਕੀ ਸੀ ਕਿ ਉਹ ਸ਼ੇਰ ਕਿੱਥੋਂ ਆਇਆ ਤੇ ਕਿਉਂ ਆਇਆ ਸੀ। ਮੈਂ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ। ਮੇਰਾ ਪਰਿਵਾਰ ਵੀ ਬਹੁਤ ਹੈਰਾਨ ਹੋਇਆ ਅਤੇ ਹੁਣ ਮੈਨੂੰ ਆਪਣੇ ਸਿੱਖ ਹੋਣ ਤੇ ਉੱਤੇ ਮਾਣ ਹੈ ਤੇ ਮੇਰੇ ਪਰਿਵਾਰ ਨੂੰ ਵੀ ਮੇਰੀ ਸਿੱਖੀ ਦੇ ਉੱਪਰ ਮਾਣ ਹੈ। ਮੈਂ ਇਹ ਮੰਨਦਾ ਹਾਂ ਕਿ ਪਰਮਾਤਮਾ ਦਾ ਇੱਕ ਇਸ਼ਾਰਾ ਸੀ ਜੋ ਦਰਬਾਰ ਸਾਹਿਬ ਤੋਂ ਮੈਨੂੰ ਮਿਲਿਆ ਸੀ, ਉਹ ਸੀ ਉਹ ਸ਼ੇਰ। ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ।